बिस्मिल्लाहिर्रहमानिर्रहीम नाज़रीन। कल बजट पेश हो रहा है पाकिस्तान का। और बजट तो पहले कुछ चीज़ां ਜਿਹੜੀਆਂ ਆਉਂਦੀਆਂ ਨੇ ਸਰਕਾਰੀ ਰਿਪੋਰਟਾਂ ਮੁxtਲਿਫ ਤਰ੍ਹਾਂ ਦੀਆਂ ਔਰ ਉਹਦੇ ਉੱਤੇ ਫਿਰ ਲੋਕ ਗੱਲ ਵੀ ਕਰਦੇ ਨੇ। ਅੱਜ ਵਜ਼ੀਰ ਖਜ਼ਾਨਾ ਮੁਹੰਮਦ ਔਰੰਗਜ਼ੇਬ ਸਾਹਿਬ ਨੇ ਵੀ ਕੀਤੀ ਗੱਲਬਾਤ ਮੀਡੀਆ ਦੇ ਨਾਲ ਔਰ ਉਹਨਾਂ ਕੋਲ ਜਦੋਂ ਪੁੱਛਿਆ ਗਿਆ ਕਿ ਜਨਾਬ ਤੁਸੀਂ ਇਹ ਦੱਸੋ ਕਿ ਬਜਟ ਪੇਸ਼ ਕਰ ਰਹੇ ਜੇ ਤੁਸੀਂ, ਮੁਲਕੀ ਹਾਲਾਤ ਬੜੇ ਖਰਾਬ ਨੇ ਤੇ ਹੁਣ ਤੱਕ ਦੀ ਕਾਰਕਰਦਗੀ ਬਾਰੇ ਵੀ ਕੁਝ ਦੱਸੋ। ਤੇ ਉਹਨਾਂ ਕਹੀ ਜਦੋਂ ਪਿਛਲੀ ਗਵਰਨਮੈਂਟ ਗਈ ਤੇ ਮੁਲਕ ਡਿਫਾਲਟ ਹੋ ਰਿਹਾ ਸੀ ਔਰ ਡਿਫਾਲਟ ਹੋਣ ਦੀ ਵਜ੍ਹਾ ਨਾਲ ਬਹੁਤ ਸਾਰੇ ਦੂਜੇ ਮਸਾਇਲ ਵੀ ਸਨ, ਬੈਨ ਅਲ-ਅਕਾਮੀ ਮਸਾਇਲ ਸਾਡੇ ਨਾਲ ਬਣ ਗਏ, ਕੋਈ ਪਲੈਨਿੰਗ ਨਹੀਂ ਸੀ ਹੋ ਪਾ ਰਹੀ ਔਰ ਫਿਰ IMF ਕੋਲੋਂ ਮਦਦ ਲਈ ਗਈ ਤੇ ਉਹਦੇ ਬੇਲ ਆਊਟ ਪੈਕੇਜ ਦੇ ਵਜ੍ਹਾ ਨਾਲ ਪਾਕਿਸਤਾਨ ਡਿਫਾਲਟ ਹੋਣ ਤੋਂ ਬਚ ਗਿਆ। ਮੁਹੰਮਦ ਔਰੰਗਜ਼ੇਬ ਸਾਹਿਬ ਨੇ ਕਿਹਾ ਗੱਲ PDM ਗਵਰਨਮੈਂਟ ਦੀ ਕਾਰਕਰਦਗੀ ਦੇ ਹਵਾਲੇ ਨਾਲ ਉਹ ਗੱਲ ਕਰ ਰਹੇ ਸਨ। ਫਿਰ ਉਹਨਾਂ ਨੇ ਇਹ ਕਿਹਾ ਕਿ ਹੁਣ ਵੀ ਸਾਡੇ ਕੋਲ ਕੋਈ ਪਲਾਨ B ਨਹੀਂ ਹੈਗਾ ਇਹਦੇ ਸਿਵਾ ਕਿ ਅਸੀਂ IMF ਦੇ ਕੋਲ ਜਾਈਏ ਤੇ ਉਹਦੇ ਕੋਲੋਂ ਰਿਕੁਐਸਟ ਕਰਕੇ ਜੋ ਕੁਝ ਫੰਡਸ ਲਈਏ ਤੇ ਮੁਲਕੀ ਮਾਮਲਾ ਨੂੰ ਚਲਾਈਏ। ਫਿਰ ਉਹਨਾਂ ਨੂੰ ਵਜ਼ੀਰੇ ਜਿਹੜੇ ਖਜ਼ਾਨਾ ਸਨ ਉਹਨਾਂ ਕੋਲੋਂ ਇਹ ਵੀ ਪੁੱਛਿਆ ਗਿਆ ਕਿ ਉਹਨਾਂ ਦੀ ਕਾਰਕਰਦਗੀ ਹੁਣ ਤੱਕ ਦੀ ਕੀ ਹੈ ਤੇ ਉਹਨਾਂ ਦੀ ਕਾਰਕਰਦਗੀ ਇਹ ਵੇ ਕਿ ਸਾਡੇ ਜ਼ਰ ਮੁਬਾਦਲਾ ਦੇ ਜਿਹੜੇ ਜ਼ਖਾਇਰ ਨੇ ਉਹ 8 ਅਰਬ ਡਾਲਰ ਤੱਕ ਆ ਗਏ ਨੇ ਔਰ ਉੱਥੇ ਸਟੇਬਲ ਨੇ ਔਰ ਬਾਕੀ ਵੀ ਚੀਜ਼ਾਂ ਨੂੰ ਉਹਨਾਂ ਨੇ ਬੜੇ ਉਮੀਦ ਅਫਜ਼ਾ ਅੰਦਾਜ਼ ਨਾਲ ਪੇਸ਼ ਕੀਤਾ। ਲੇਕਿਨ ਮੈਂ ਸੋਚ ਰਿਹਾ ਹਾਂ ਕਿ ਅੱਜ ਤੋਂ 3-4 ਸਾਲ ਪਹਿਲੇ ਜਦੋਂ ਗਵਰਨਮੈਂਟ ਇਹਨਾਂ ਦੀ ਸੀ, ਮੁਸਲਿਮ ਲੀਗ ਨੂਨ ਦੀ ਗਵਰਨਮੈਂਟ ਜਦੋਂ ਸੀ ਤੇ ਸਾਡੇ ਜਿਹੜੇ ਜ਼ਖਾਇਰ ਸਨ ਉਹ 17 ਅਰਬ ਡਾਲਰ ਦੇ ਕਰੀਬ ਸਨ। ਫਿਰ ਜਦੋਂ ਇਮਰਾਨ ਖਾਨ ਦੀ PTI ਗਵਰਨਮੈਂਟ ਖਤਮ ਹੋਈ ਤੇ ਉਦੋਂ ਵੀ 17-18 ਅਰਬ ਡਾਲਰ ਦੇ ਸਾਡੇ ਜ਼ਖਾਇਰ ਹੈਗੇ ਸਨ ਜ਼ਰ ਮੁਬਾਦਲਾ ਦੇ ਤੇ ਹੁਣ 8 ਅਰਬ ਡਾਲਰ ਦੇ ਜ਼ਖਾਇਰ ਨੇ। ਇਹ ਵਧਣੇ ਚਾਹੀਦੇ ਸਨ। ਸਾਡੇ ਇਰਦ ਗਿਰਦ ਦੇ ਜਿਹੜੇ ਮੁਲਕ ਨੇ ਉਹਨਾਂ ਦੇ ਜ਼ਖਾਇਰ ਬਹੁਤ ਵੱਧ ਗਏ ਨੇ। ਮਤਲਬ ਈਵਨ ਕਿ ਬੰਗਲਾਦੇਸ਼ ਜਿਹੜਾ ਹੈ ਉਹ ਕੋਈ 100 ਅਰਬ ਡਾਲਰ ਦੇ ਕਰੀਬ ਉਹਦੇ ਜ਼ਰ ਮੁਬਾਦਲਾ ਦੇ ਜ਼ਖਾਇਰ ਚਲੇ ਗਏ ਨੇ। ਇੰਡੀਆ ਤਾਂ ਖੈਰ ਮੁਕਾਬਲਾ ਹੀ ਨਹੀਂ ਸਾਡਾ ਰਹਿ ਗਿਆ ਉਹਨਾਂ ਦਾ। ਤੇ ਮਾਲਦੀਵ, ਭੂਟਾਨ ਵਰਗੇ ਜਿਹੜੇ ਮੁਲਕ ਨੇ ਉਹਨਾਂ ਦੇ ਵੀ ਜ਼ਖਾਇਰ ਜਿਹੜੇ ਸਾਡੇ ਨਾਲ ਬਹੁਤ ਨੇ ਤੇ ਅਸੀਂ 25 ਕਰੋੜ ਦੀ ਆਬਾਦੀ ਤੇ ਸਾਡੇ ਕੋਲ ਇੰਨੇ ਕੁ ਜ਼ਰ ਮੁਬਾਦਲਾ ਦੇ ਜ਼ਖਾਇਰ ਨੇ। ਯਾਨੀ ਉਹ ਸਾਡੇ ਕੋਈ 2 ਮਹੀਨੇ ਦੀ ਇੰਪੋਰਟ ਜਿਹੜੀਆਂ ਨੇ ਉਹ ਵੀ ਬਹੁਤ ਮੁਸ਼ਕਲ ਹੁੰਦਾ, ਬਿੱਲ ਪੂਰਾ ਹੁੰਦਾ। ਤੇ ਹੁਣ ਗਵਰਨਮੈਂਟ ਕਰੇਗੀ ਕੀ? ਉਹ ਗਵਰਨਮੈਂਟ ਨੇ ਤਾਂ ਜੋ ਕਰਨਾ ਹੈ ਉਹ ਅਲੱਗ ਗੱਲ। ਲੇਕਿਨ ਮੈਂ ਤੁਹਾਨੂੰ ਪਹਿਲੇ ਇਹ ਦੱਸਾਂਗਾ ਕਿ 2 ਦਿਨ ਪਹਿਲੇ ਜਿਹੜੀ ਇੱਕ ਮੀਟਿੰਗ ਹੋਈ ਕੌਮੀ ਇਕਤਸਾਦੀ ਕੌਂਸਲ ਦੀ ਔਰ ਉਹਦੀ ਖਬਰ ਵੀ ਛਪੀ ਔਰ ਤਸਵੀਰ ਵੀ ਛਪੀ, ਚਾਰੇ ਵਜ਼ੀਰ ਆਲਾ ਵਜ਼ੀਰ ਆਜ਼ਮ ਦੇ ਨਾਲ ਸਨ ਤੇ ਜ਼ਾਹਿਰ ਹੈ ਉਹ ਗੰਡਾਪੁਰ ਵਾਸਤੇ ਤੋਂ ਬੜਾ ਇੱਕ ਅਜ਼ਮਾਇਸ਼ ਦਾ ਟਾਈਮ ਹੁੰਦਾ ਵੇ ਕਿ ਸਾਰੇ ਉਹਨਾਂ ਲੋਕਾਂ 'ਚ ਬਹਿਣਾ ਔਰ ਉਹਨਾਂ ਨਾਲ ਗੱਲ ਕਰਨੀ ਜਿਨ੍ਹਾਂ ਦੇ ਨਾਲ ਉਹ ਗੱਲ ਕਰਨਾ ਨਹੀਂ ਚਾਹੁੰਦੇ, ਜਿਨ੍ਹਾਂ ਦੇ ਕੋਲ ਉਹ ਬਹਿਣਾ ਨਹੀਂ ਜਿਨ੍ਹਾਂ ਦੇ ਨਾਲ ਚਾਹੁੰਦੇ। ਤੇ ਫਿਰ ਵੀ ਜ਼ਾਹਿਰ ਹੈ ਵਫਾਕ ਦਾ ਇੱਕ ਨਿਜ਼ਾਮ ਹੈ, ਉਹ ਬੈਠੇ ਉੱਤੇ ਤੇ ਉਹਨਾਂ ਨੇ ਗੱਲ ਕੀਤੀ ਤੇ ਕੌਮੀ ਇਕਤਸਾਦੀ ਕੌਂਸਲ ਨੇ 1500 ਅਰਬ ਰੁਪਏ ਦੇ ਤਰੱਕਿਆਤੀ ਜਿਹੜਾ ਪ੍ਰੋਗਰਾਮ ਹੈ ਉਹਦੀ ਮਨਜ਼ੂਰੀ ਦਿੱਤੀ। ਇਹ ਵਫਾਕ ਦਾ ਪ੍ਰੋਗਰਾਮ ਹੈ ਔਰ ਗੰਡਾ ਸਿੰਘ ਜਿਹੜੇ ਨੇ ਅਲੀ ਅਮੀਨ ਗੰਡਾਪੁਰ ਉਹਨਾਂ ਦਾ ਇਹ ਕਹਿਣਾ ਹੈ ਕਿ KPK ਦੇ ਬਹੁਤ ਸਾਰੀ ਜਿਹੜੀ ਸਕੀਮਸ ਸਨ ਉਹਨਾਂ ਨੂੰ ਮਨਜ਼ੂਰ ਨਹੀਂ ਕੀਤਾ ਗਿਆ ਤੇ ਬਾਕੀ ਸੂਬਿਆਂ ਦੀਆਂ ਮਨਜ਼ੂਰ ਕਰ ਲਈਆਂ ਗਈਆਂ। ਹਰ ਇੱਕ ਸਿਆਸਤ ਉਹਨਾਂ ਦਾ ਇਹ ਕਹਿਣਾ ਕਿ ਇਹਦੇ ਵਿੱਚ ਸਿਆਸਤ ਕੀਤੀ ਜਾ ਰਹੀ ਔਰ ਉਹਨਾਂ ਦੇ ਸੂਬੇ ਨੂੰ ਜਾਣਬੁੱਝ ਕੇ ਤਰੱਕੀ ਦੇ ਅਮਲ ਤੋਂ ਦੂਰ ਰੱਖਿਆ ਜਾ ਰਿਹਾ। ਦੂਸਰੇ ਪਾਸੇ ਮੈਂ ਕੋਈ ਰਿਪੋਰਟਾਂ ਦੇਖੀਆਂ, ਮੈਂ ਉਹਦੇ ਤੇ ਲਿਖਣਾ ਸੀ, ਕਿਤੇ ਗੱਲ ਕਰਨੀ ਸੀ ਤੇ ਮੈਂ ਰਿਪੋਰਟਾਂ ਦੇਖੀਆਂ ਕਿ ਸਾਡਾ ਜਿਹੜਾ ਤਰੱਕਿਆਤੀ ਪ੍ਰੋਗਰਾਮ ਹੈ ਵਫਾਕ ਦਾ, ਉਹਦੀ ਲੋੜ ਕਿਉਂ? ਜਦ ਕਿ 18ਵੀਂ ਤਰਮੀਮ ਤੋਂ ਬਾਅਦ ਤਾਂ ਅਮਲੀ ਤੌਰ ਤੇ ਇਹ ਹੋ ਗਿਆ ਨਾ ਕਿ ਤਰੱਕਿਆਤੀ ਕੰਮ ਸਾਰੇ ਦਾ ਸਾਰਾ ਜਿਹੜਾ ਹੈ ਉਹ ਚਲਾ ਗਿਆ ਵੇ ਸੂਬਿਆਂ ਦੇ ਕੋਲ ਤੇ ਸੂਬੇ ਫਿਰ ਉਹਦੀ ਡਿਵੈਲਪਮੈਂਟ ਕਰਨ ਔਰ ਉਹਦੇ ਫੰਡਸ ਦੇ ਤੁਸੀਂ ਸੂਬੇ ਨੂੰ ਦੇ ਦਿਓ, ਸੂਬੇ ਜਾਣਨ ਤੇ ਉਹਨਾਂ ਦਾ ਕੰਮ ਜਾਣੇ। ਤੇ ਲੇਕਿਨ ਵਫਾਕ ਇਹਦੇ ਉੱਤੇ ਵੀ ਆਪਣਾ ਕੰਟਰੋਲ ਰੱਖ ਕੇ ਇਹ ਇੱਕ ਮੈਂ ਤਾਂ ਸਮਝਦਾ ਕਿ ਫੈਡਰੇਸ਼ਨ ਦਾ ਜਿਹੜਾ ਅਸੂਲ ਹੈ ਉਹਦੀ ਖਿਲਾਫ ਵਰਜ਼ੀ ਕਰ ਰਿਹਾ, ਜਿਹੜੀ ਆਈਨੀ ਖਿਲਾਫ ਵਰਜ਼ੀ ਹੋ ਰਹੀ ਔਰ ਇਹਦੇ ਨਾਲ ਇਹ ਵੇ ਕਿ ਆਪਣੀ ਤਵਾਨਾਈ ਜਿਹੜੀ ਖਾਮਖਾ ਦੂਸਰੇ ਅਮੂਰ ਦੇ ਵਿੱਚ ਉਲਝਾ ਰਿਹਾ ਵਫਾਕ। ਤੇ ਇਹਦੇ ਨਾਲ ਇਹ ਵੀ ਹੁੰਦਾ ਕਿ ਜਿਹੜੇ ਸੂਬੇ ਨੂੰ ਫੰਡਸ ਨਹੀਂ ਮਿਲਣਗੇ, ਪ੍ਰੋਗਰਾਮ ਉਹਦੇ ਤੇ ਅਮਲ ਦਰਾਮਦ ਨਹੀਂ ਹੋਵੇਗਾ, ਉਹਦੀ ਸਕੀਮ ਰਿਜੈਕਟ ਹੋਵੇਗੀ, ਉਹਦੇ ਨਾਲ ਨਾਰਾਜ਼ਗੀ ਇੱਕ ਵੱਖਰੀ ਪੈਦਾ ਹੋਵੇਗੀ। ਤੇ ਇਹ ਜਿਹੜੇ ਚੀਜ਼ਾਂ ਨੇ ਇਹਨਾਂ ਨੂੰ ਵੇਖਣ ਵਾਲਾ ਕੋਈ ਨਹੀਂ ਪਾਕਿਸਤਾਨ ਦੇ ਵਿੱਚ ਕਿ ਕਿੱਥੇ ਕੋਈ ਗੜਬੜ ਹੋ ਰਹੀ। ਫਿਰ ਮੈਂ ਰਿਫਾਰਮਸ ਦੇ ਹਵਾਲੇ ਨਾਲ ਇਹਦੇ ਵਿੱਚ ਵੇਖਿਆ ਕਿ ਇਹ ਪ੍ਰੋਗਰਾਮ ਦੇ ਵਿੱਚ ਆਮ ਤੌਰ ਤੇ ਜਾਣਬੁੱਝ ਕੇ
ਨਾਕਾਫੀ ਕੁਝ ਮਨਸੂਬਿਆਂ ਵਾਸਤੇ ਫੰਡ ਰੱਖ ਦਿੱਤੇ ਜਾਂਦੇ ਨੇ। ਉਹਦਾ ਨਤੀਜਾ ਇਹ ਨਿਕਲਦਾ ਕਿ ਤੁਸੀਂ ਲਾਗਤ ਉਹਦੀ ਰੱਖਦੇ ਜੇ 100 ਅਰਬ ਰੁਪਇਆ ਕਿਸੇ ਵੱਡੇ ਪ੍ਰੋਜੈਕਟ ਦਾ, 100 ਅਰਬ ਰੁਪਇਆ ਰੱਖਦੇ ਜੇ, ਜਦਕਿ ਉਹਦੇ ਉੱਤੇ ਖਰਚ ਹੋ ਰਹੇ ਹੁੰਦੇ ਨੇ 100 ਤੇ 5 ਅਰਬ। ਹੁਣ 5 ਅਰਬ ਰੁਪਇਆ ਕੁਝ ਵੀ ਨਹੀਂ ਹੁੰਦਾ, ਲੇਕਿਨ ਜਾਣ ਬੁੱਝ ਕੇ ਇੰਨੇ ਰੱਖ ਦਿੱਤੇ ਜਾਂਦੇ ਨੇ। ਔਰ ਉਹ ਸਾਲ ਤੋਂ ਬਾਅਦ ਜਦੋਂ ਅੱਗੇ ਅਗਲਾ ਬਜਟ ਆਉਂਦਾ, ਅੱਗੇ ਤਰੱਕੀਆਤੀ ਪ੍ਰੋਗਰਾਮ ਆਉਂਦਾ, ਤੇ ਪਤਾ ਲੱਗਦਾ ਕਿ ਜਨਾਬ ਉਹ ਬਜਟ ਚੂੰਕਿ ਉਹਦਾ ਨਾਕਾਫੀ ਸੀ ਤੇ ਇਸ ਵਾਸਤੇ ਉਹ ਮਨਸੂਬਾ ਲਟਕ ਗਿਆ। ਔਰ ਹੁਣ ਉਹਨੂੰ ਅਧੂਰੇ ਮਨਸੂਬੇ ਨੂੰ ਚਲਾਉਣ ਵਾਸਤੇ ਸਾਨੂੰ ਮਜ਼ੀਦ 50 ਅਰਬ ਰੁਪਇਆ ਚਾਹੀਦਾ। ਉਹ 50 ਅਰਬ ਅਗਲੇ ਮਨਸੂਬੇ 'ਚ ਪਾਇਆ ਜਾਂਦਾ, ਫਿਰ ਉਹ ਇੱਕ ਹੋਰ ਸਾਲ ਲੈਂਦਾ, ਇਸ ਤੋਂ ਅੱਗੇ ਉਹ ਕਰਦੇ ਕਰਦੇ ਜਿਹੜਾ 100 ਅਰਬ ਰੁਪਇਆ ਵਾਲਾ ਮਨਸੂਬਾ ਹੁੰਦਾ ਹੈ 2 3 4 ਸਾਲ ਬਾਅਦ ਉਹ 500 ਅਰਬ ਤੇ ਚਲਾ ਜਾਂਦਾ। ਔਰ ਸਾਡੇ ਹਾਂ ਕੋਈ ਐਸੇ ਦਰਜਨਾਂ ਮਨਸੂਬੇ ਨੇ ਜਿਹੜੇ ਅਧੂਰੇ ਪਏ ਨੇ, ਜਿਨ੍ਹਾਂ ਨੂੰ ਬਹੁਤ ਪਹਿਲੇ ਖਤਮ ਹੋਣਾ ਜਾਣਾ ਚਾਹੀਦਾ ਸੀ, ਪੂਰਾ ਹੋ ਜਾਣਾ ਚਾਹੀਦਾ ਸੀ, ਤੇ ਇਹ ਜਾਣਬੁੱਝ ਕੇ ਨਹੀਂ ਕੀਤਾ ਜਾਂਦਾ। ਉਹ ਕੋਈ ਹੁਕੂਮਤ ਨਹੀਂ ਵੇਖਦੀ ਕਿ ਅਸੀਂ ਜਿਹੜਾ ਇਹ ਪ੍ਰੋਗਰਾਮ ਦੇ ਰਹੇ ਹਾਂ ਇਹਦੇ ਵਿੱਚ ਕੋਈ ਐਸਾ ਤਾਂ ਨਹੀਂ ਹੋ ਰਿਹਾ ਕਿ ਪਹਿਲੇ ਅਧੂਰੇ ਮਨਸੂਬਿਆਂ ਦੇ ਉੱਤੇ ਸਾਡੇ ਸਾਰੇ ਪੈਸੇ ਚਲੇ ਜਾਣਗੇ, ਜਾਂ ਜਿਹੜੇ ਮਨਸੂਬੇ ਅਸੀਂ ਬਣਾਏ ਨੇ ਇਹ ਵੀ ਅਧੂਰੇ ਰਹਿ ਜਾਣਗੇ। ਇਹ ਜਾਣਬੁੱਝ ਕੇ ਕਰਦੀਆਂ ਨੇ ਹੁਕੂਮਤਾਂ, ਔਰ ਉਹਨਾਂ ਦੇ ਲੋਕ ਜਾਣਬੁੱਝ ਕੇ ਕਰਦੇ ਨੇ ਤਾਂ ਕਿ ਉਹਨਾਂ ਦਾ ਮਾਲ ਪਾਣੀ ਜਿਹੜਾ ਉਹ ਚੱਲਦਾ ਰਹੇ। ਇਹ ਬਜਟ ਦੇ ਉੱਤੇ ਅਸੀਂ ਜਿਹੜੀ ਗੱਲ ਕਿ ਬਜਟ ਦਾ 1500 ਅਰਬ ਰੁਪਈਆ ਤੁਸੀਂ ਤਰੱਕੀਆਤੀ ਕੰਮਾਂ ਵਾਸਤੇ ਰੱਖ ਲਿਆ ਗਿਆ। ਤੁਹਾਡੇ ਕੋਲ ਇਸਲਾਮਾਬਾਦ ਤੋਂ ਸਵਾ ਹੁਣ ਤਰੱਕੀਆਤੀ ਕੰਮ ਦਾ ਵਫਾਕ ਕੋਲ ਕੀ ਹੈਗਾ? ਪਹਿਲੇ ਤਾਂ ਫਾਟਾ ਸੀ, ਚਲੋ ਜੀ ਤੁਸੀਂ ਉੱਥੇ ਡਿਵੈਲਪਮੈਂਟ ਕਰੋ। ਫਾਟਾ ਹੁਣ KPK ਦਾ ਹਿੱਸਾ ਤੇ ਤੁਸੀਂ KPK ਨੂੰ ਪੈਸੇ ਦੇ ਦਿਓ, ਇੰਝ ਸਿੰਧ ਨੂੰ ਤੁਸੀਂ ਪੈਸੇ ਦਿਓ, ਪੰਜਾਬ ਨੂੰ ਦਿਓ ਵੱਖਰੇ ਉਹਨਾਂ ਦੇ ਪੈਸੇ, ਉਹ ਠੀਕ ਹੈ ਆਪਣੇ ਕਰਨ। ਵਫਾਕ ਕਿਉਂ ਇੰਝ ਕਰਨ ਡਿਆ? ਇੱਕ ਤਾਂ ਇਹ ਗੱਲ। ਫਿਰ ਇਹਦੇ ਵਿੱਚ ਇਹ ਗੱਲ ਆਉਂਦੀ ਕਿ ਮੈਂ ਜਿਹੜੀ ਤਾਜ਼ਾ ਵੇਖਿਆ ਕਿ ਇਹ ਸਾਡੇ ਵਜ਼ੀਰ ਦਾਖਲਾ ਗਏ ਨੇ ਉੱਥੇ ਅਮਰੀਕਾ, ਉਹਨਾਂ ਨੇ ਕੁਝ ਮੁਲਾਕਾਤਾਂ ਕੀਤੀਆਂ, ਔਰ ਨਾਲ ਹੀ ਉਹਨਾਂ ਨੇ ਕਹਿਤੇ ਕਿ ਓਵਰਸੀਜ਼ ਐਸੇ ਬੰਦੇ ਉਹਨਾਂ ਦੇ ਪਾਸਪੋਰਟ ਕੈਂਸਲ ਕੀਤੇ ਜਾ ਰਹੇ ਨੇ ਜਿਹੜੇ ਉੱਥੇ ਸਿਆਸੀ ਪਨਾਹ ਕਿਸੇ ਦੂਸਰੇ ਮੁਲਕ ਦੇ ਵਿੱਚ ਲੈਣ ਦੀ ਕੋਸ਼ਿਸ਼ ਕਰ ਰਹੀ, ਜਾਂ ਸਿਆਸੀ ਮੁਖਾਲਫੀਨ ਕਹਿ ਲਓ, ਹੁਕੂਮਤ ਵਾਸਤੇ ਜਿਹੜੇ ਨਾਪਸੰਦੀਦਾ ਲੋਕ ਨੇ ਉਹਨਾਂ ਦੇ ਪਾਸਪੋਰਟ ਕੈਂਸਲ ਕੀਤੇ ਜਾ ਰਹੇ ਨੇ। ਅੱਛਾ, ਇਹਦੇ ਨਾਲ ਕੀ ਹੋਵੇਗਾ? ਤੁਹਾਡੇ ਕੋਲ ਅੱਗੇ ਪੈਸਾ ਹੀ ਨਹੀਂ ਆ ਰਿਹਾ, ਜ਼ਰ ਮੁਬਾਦਲਾ ਨਹੀਂ ਆ ਰਿਹਾ, ਤੁਸੀਂ ਜਾਣ ਬੁੱਝ ਕੇ ਜਿਹੜੇ ਓਵਰਸੀਜ਼ ਨੇ ਉਹਨਾਂ ਨੂੰ ਇਸ ਵਾਸਤੇ ਇੰਗੇਜ ਨਹੀਂ ਕਰ ਰਹੇ ਕਿ ਉਹਨਾਂ ਦੀ ਸਿਆਸੀ ਹਮਾਇਤ ਕਿਸੇ ਹੋਰ ਜਮਾਤ ਦੇ ਨਾਲ, ਔਰ ਤੁਸੀਂ ਉਹਨਾਂ ਦਾ ਗੁੱਸਾ ਘੱਟ ਕਰਨ ਦੀ ਕੋਸ਼ਿਸ਼ ਨਹੀਂ ਕਰਨ ਦੇ। ਉਹ ਆਖਰ ਪਾਕਿਸਤਾਨੀ ਨੇ, ਉਹਨਾਂ ਨੂੰ ਅਗਰ ਤੁਸੀਂ ਮੁਲਕ ਦੀ ਰਿਆਸਤ ਦੇ ਮਾਮਲਾ ਸਮਝਾਓ ਤਾਂ ਸ਼ਾਇਦ ਸਮਝ ਵੀ ਜਾਣ, ਲੇਕਿਨ ਉਹ ਤੁਸੀਂ ਸਮਝਾਣਾ ਨਹੀਂ ਚਾਹ ਰਹੇ। ਔਰ ਉਲਟਾ ਉਹਨਾਂ ਦੇ ਖਿਲਾਫ ਜਦੋਂ ਕਾਰਵਾਈ ਕਰੋਗੇ ਤਾਂ ਉਹ ਕੀ ਕਰਨਗੇ? ਜ਼ਰ ਮੁਬਾਦਲਾ ਜਿਹੜਾ ਉਹ ਘੱਟ ਹੋ ਗਈ, ਉਹਨਾਂ ਦੀ ਸ਼ਰ੍ਹਾ ਕੱਲਣ ਦੀ ਉਹ ਹੋਰ ਘੱਟ ਜਾਏਗੀ, ਤੇ ਇਹਨਾਂ ਚੀਜ਼ਾਂ ਦੇ ਨਾਲ ਮਸਾਇਲ ਵਧਣਗੇ। ਸਾਡੇ ਹਾਂ ਸੈਂਸਿਬਲੀ ਚੀਜ਼ਾਂ ਨੂੰ ਵੇਖਣਾ ਔਰ ਉਹਦੇ ਮੁਤਾਬਕ ਹਿਕਮਤ ਅਮਲੀ ਬਣਾਉਣੀ, ਇਹ ਗਾਇਬ ਹੁੰਦੀ ਜਾ ਰਹੀ ਗੱਲ ਸਾਡੇ ਕੋਲ, ਇਹ ਖੂਬੀ ਸਾਡੇ ਕੋਲ ਖਤਮ ਹੁੰਦੀ ਜਾ ਰਹੀ। ਤੇ ਮੇਰੀ ਇਹੋ ਹੀ ਹੈ ਕਿ ਇਹ ਰਿਕੁਐਸਟ ਕਿ ਇਹ ਜਿਹੜਾ ਬਜਟ ਸਾਜ਼ੀ ਹੋ ਰਹੀ ਹੈ, ਇੱਕ ਅੱਧੇ ਦਿਨ 'ਚ ਬਜਟ ਵੀ ਆ ਜਾਏਗਾ, ਸਾਰੀਆਂ ਚੀਜ਼ਾਂ ਹੋ ਜਾਣਗੀਆਂ, ਲੇਕਿਨ ਇਹ ਸਾਰਾ ਕੁਝ ਜਿਹੜਾ ਹੁੰਦਾ ਨਾ ਇਹ ਵਿਖਾਲਾ ਹੈ। ਅਸਲ ਗੱਲ ਜਿਹੜੀ ਉਹ ਕਿਵੇਂ ਹੁੰਦੀ, ਉਹ ਇਹ ਵੇ ਕਿ ਜਨਾਬ ਇੱਕ ਰਿਪੋਰਟ ਮੇਰੇ ਕੋਲ ਆਈ ਕਿ IPPs ਦੇ ਵਿੱਚ ਮਸਾਇਲ ਅਲੱਗ ਨੇ, ਉਹਨਾਂ ਨਾਲ ਮੁਆਹਦੇ, ਔਰ ਫਿਰ 1450 ਮੈਗਾਵਾਟ ਦਾ ਜਿਹੜਾ ਗਾਜ਼ੀ ਬਰੋਤਾ ਡੈਮ, ਉਹਦੇ 30% ਜਿਹੜੇ ਸ਼ੇਅਰ ਨੇ ਨਾ ਉਹ ਵੇਚੇ ਜਾ ਰਹੇ ਨੇ ਕੁਵੈਤ ਨੂੰ, ਉਹ ਵਿਕਣਗੇ ਕੋਈ 80 ਤੋਂ 90 ਕਰੋੜ ਡਾਲਰ ਦੇ, ਤੇ ਇਹਦੇ ਤੋਂ ਸਾਲਾਨਾ ਕੋਈ 6 ਅਰਬ ਯੂਨਿਟ ਬਿਜਲੀ ਪੈਦਾ ਹੁੰਦੀ ਸਸਤੀ, ਠੀਕ ਹੈ, ਤੇ ਇਹਦੀ ਲਾਗਤ ਹੈਗੀ 1 ਯਾਨੀ ਸਵਾ ਰੁਪਇਆ ਇਹਦੀ ਬਿਜਲੀ ਪੈਦਾ ਹੁੰਦੀ ਉੱਥੇ 1 ਯੂਨਿਟ ਦੀ। ਤੇ ਫਿਰ ਜਦੋਂ ਇਹ ਜਨਾਬ ਚਲੀ ਜਾਏਗੀ ਪ੍ਰਾਈਵੇਟ ਜਾਂ ਉਹਨਾਂ ਦੇ ਸ਼ੇਅਰ ਆ ਜਾਣਗੇ ਕੁਵੈਤ ਦੇ, ਤੇ ਰੱਬ ਕਰੇਗਾ ਫਿਰ ਵੇਖਿਓ ਤੁਸੀਂ ਦੇਖਿਆ ਜੇ ਕਿ ਕਿੱਥੇ ਗੱਲ ਜਾਂਦੀ। ਤੇ ਇਹ ਚੀਜ਼ਾਂ ਜਿਹੜੀਆਂ ਨੇ ਸਾਡੇ ਵਾਸਤੇ ਮਹਿੰਗਾਈ ਦਾ ਸਮਾਨ ਹੋਏਗਾ, ਅਗਲਾ ਬਜਟ ਆਏਗਾ, ਲੇਕਿਨ ਮੈਨੂੰ ਤੋਕੋ ਹੈ ਕਿ ਇਸ ਬਜਟ ਦੇ ਵਿੱਚ ਗਰੀਬਾਂ ਵਾਸਤੇ ਕੁਝ ਨਹੀਂ ਹੋਣਾ। ਹਾਂ, ਜਿਹੜੇ ਤਬਕਾਤ ਨੇ ਫੈਸਲੇ ਕਰਨ ਵਾਲੇ, ਜਿਹੜੇ ਤਗੜੇ ਨੇ, ਜਿਹੜੇ ਹੁਕਮਰਾਨ ਸ਼ਰਾਫੀਆ, ਉਹਨਾਂ ਨੇ ਕੋਈ ਨਾ ਕੋਈ ਸਕੀਮ ਜ਼ਰੂਰ ਲੜਾ ਲਈ ਹੋਣੀ ਕਿ ਅਰਬਾਂ ਰੁਪਈਏ ਉਹਨਾਂ ਨੇ ਕਿਵੇਂ ਕਮਾਉਣੇ ਨੇ। ਤੇ ਜੀਂਦੇ ਰਹੋ, ਵਸਦੇ ਰਹੋ ਤੇ ਤੜਫਦੇ ਰਹੋ।